ਮੁਲਕ ਦੇ ਵਿੱਚ ਹਵਾਈ ਸਫ਼ਰ ਨੂੰ ਹਰੀ ਝੰਡੀ ਦੇ ਦਿੱਤੀ ਗਈ ਹੈ। 25 ਮਈ ਤੋਂ ਹਵਾਈ ਸਫ਼ਰ ਸ਼ੁਰੂ ਹੋਵੇਗਾ, ਪਰ ਇਹ ਸਫ਼ਰ ਸ਼ਰਤਾਂ ਵਾਲਾ ਹੋਵੇਗਾ। ਹਾਲਾਂਕਿ ਕਿਰਾਇਆ ਪਹਿਲਾਂ ਤੋਂ ਹੀ ਤੈਅ ਕਰ ਦਿੱਤਾ ਗਿਆ ਹੈ, ਪਰ ਤੁਹਾਨੂੰ 에ਅਰਪੋਰਟ 2 ਘੰਟੇ ਪਹਿਲਾਂ ਪਹੁੰਚਣਾ ਹੋਵੇਗਾ। ਹੋਰ ਕਿਹੜੀਆਂ ਹਦਾਇਤਾਂ ਨੇ ਉਹ ਵੀ ਦਿਖਾਉਂਦੇ ਇਸ ਰਿਪੋਰਟ ਵਿੱਚ। कोरोना ਦੇ ਪੰਜੇ ਦੀ ਜਕੜ ਦਰਮਿਆਨ ਮੁਲਕ ਮੁੜ ਤੋਂ ਉਡਾਨ ਭਰਨ ਲਈ ਤਿਆਰ ਹੈ। 25 ਮਈ ਤੋਂ ਦੇਸ਼ ਅੰਦਰ ਘਰੇਲੂ ਉਡਾਨਾਂ ਨੂੰ ਇਜਾਜ਼ਤ ਦੇ ਦਿੱਤੀ ਗਈ ਹੈ, ਪਰ ਸਫ਼ਰ ਸ਼ਰਤਾਂ ਸਣੇ ਹੋਵੇਗਾ। ਅਗਲੇ 3 ਮਹੀਨਿਆਂ ਲਈ ਇਹ ਸ਼ਰਤਾਂ ਲਾਗੂ ਰਹਿਣਗੀਆਂ, ਯਾਨੀ ਕਿ 25 ਮਈ ਤੋਂ 24 ਅਗਸਤ ਤੱਕ ਉਡਾਨਾਂ ਵਿਸ਼ੇਸ਼ ਹਦਾਇਤਾਂ ਦੇ ਨਾਲ ਹੀ ਉੱਡ ਸਕਣਗੀਆਂ ਅਤੇ ਮੈਟਰੋ ਤੋਂ ਮੈਟਰੋ ਸਿਟੀ ਲਈ ਨੇਮ ਵੱਖਰੇ ਨੇ ਅਤੇ ਮੈਟਰੋ ਤੋਂ ਨਾਨ ਮੈਟਰੋ ਸਿਟੀ ਲਈ ਵੀ ਨੇਮ ਵੱਖਰੇ ਨੇ। दिल्ली, मुंबई, कोलकाता, चेन्नई मैट्रो शहरां दी लिस्ट 'ਚ ने। एयरपोर्ट दा 1/3 हिस्सा ही इस्तेमाल किया जाएगा। As I said, the domestic civil aviation operations will be permitted with effect from 25th May to a limited extent of the required and approved capacity of the summer schedule 2020, as I'm going to list out. For operations from metro to metro cities, 1/3 capacity of the approved summer schedule 2020. So approved 1/3 would be more, 33.333%. So most of you had your range correct. Those who said 30% hoga ya 35% hoga. For operations from metro to non-metro cities and vice versa, where the weekly departures are greater than 100, 1/3 of the capacity of the approved summer schedule 2020. For operations from metro to non-metro cities and vice versa, where the weekly departures are less than 100, airlines are free to operate any routes of the 1/3 capacity of the approved summer schedule 2020. For all other cities, airlines are free to operate any routes of the 1/3 capacity of the approved summer schedule 2020. When I use the word metro cities, this means Delhi, Mumbai, Bengaluru, Chennai, Hyderabad and Kolkata. This order, which is being issued today, and the airlines operations will commence on Monday the 25th. This shall remain in force till 23:59 hours Indian Standard Time on 24th August 2020. ਨਵੇਂ ਸਫ਼ਰ ਲਈ ਨੇਮ ਵੀ ਨਵੇਂ ਨੇ। ਡਿਪਾਰਚਰ ਦੇ ਲਈ 19 ਅਤੇ ਅਰਾਈਵਲ ਦੇ ਲਈ 36 ਗਾਈਡਲਾਈਨਸ ਨੇ। ਕੰਟੇਨਮੈਂਟ ਜ਼ੋਨ 'ਚ ਰਹਿਣ ਵਾਲੇ ਸਫ਼ਰ ਨਹੀਂ ਕਰ ਸਕਣਗੇ। ਮੁਸਾਫਿਰਾਂ ਨੂੰ ਆਨਲਾਈਨ ਚੈੱਕ-ਇਨ ਯਾਨੀ ਕਿ ਵੈਬ ਚੈੱਕ-ਇਨ ਦੀ ਸਹੂਲਤ ਹੈ। ਮੁਸਾਫਿਰਾਂ ਦੀ ਥਰਮਲ ਸਕਰੀਨਿੰਗ ਹੋਵੇਗੀ। ਕੋਰੋਨਾ ਲੱਛਣ ਵਾਲੇ ਮੁਸਾਫਿਰ ਨੂੰ ਫਲਾਈਟ ਬੋਰਡਿੰਗ ਦੀ ਇਜਾਜ਼ਤ ਨਹੀਂ ਹੈ। 14 ਸਾਲ ਤੋਂ ਘੱਟ ਉਮਰ ਦੇ ਬੱਚਿਆਂ ਤੋਂ ਇਲਾਵਾ ਸਭ ਦੇ ਫੋਨ ਵਿੱਚ ਆਰੋਗਯ ਸੇਤੂ ਐਪ ਜ਼ਰੂਰੀ ਹੈ। ਬਿਨਾਂ ਆਰੋਗਯ ਸੇਤੂ ਐਪ ਤੋਂ 에ਅਰਪੋਰਟ ਤੇ ਦਾਖਲਾ ਮੁਮਕਿਨ ਨਹੀਂ ਹੋਵੇਗਾ। ਮੁਸਾਫਿਰਾਂ ਨੂੰ ਯਾਤਰਾ ਤੋਂ 2 ਘੰਟੇ ਪਹਿਲਾਂ 에ਅਰਪੋਰਟ ਪਹੁੰਚਣਾ ਹੋਵੇਗਾ। ਫਲਾਈਟ 'ਚ 4 ਘੰਟੇ ਜਾਂ ਫਿਰ ਘੱਟ ਸਮਾਂ ਬਾਕੀ ਹੋਣ ਤੇ 에ਅਰਪੋਰਟ ਟਰਮੀਨਲ ਬਿਲਡਿੰਗ 'ਚ ਐਂਟਰੀ ਹੋਵੇਗੀ। 에ਅਰਪੋਰਟ ਦੇ ਅੰਦਰ 2 ਸੀਟਾਂ ਖਾਲੀ ਛੱਡ ਕੇ ਮੁਸਾਫਿਰ ਬੈਠਣਗੇ। ਨਿੱਜੀ ਵਾਹਨਾਂ ਨੂੰ 에ਅਰਪੋਰਟ ਏਰੀਆ 'ਚ ਜਾਣ ਦੀ ਇਜਾਜ਼ਤ ਨਹੀਂ ਹੋਵੇਗੀ। ਚੋਣਵੀਆਂ ਕੈਬ ਅਤੇ ਟੈਕਸੀਆਂ ਜ਼ਰੀਏ ਮੁਸਾਫਿਰ 에ਅਰਪੋਰਟ ਪਹੁੰਚ ਸਕਣਗੇ। ਇੱਕ ਬੈਗ ਚੈੱਕ-ਇਨ ਲਈ ਲਿਜਾ ਸਕਦੇ ਹੋ। ਘੱਟ ਸਮਾਨ ਨਾਲ ਯਾਤਰਾ ਕਰਨ ਦਾ ਸੁਝਾਅ ਦਿੱਤਾ ਗਿਆ ਹੈ। ਸਿਰਫ ਖਾਸ ਮਾਮਲਿਆਂ ਤੋਂ ਇਲਾਵਾ ਟਰਮੀਨਲਸ ਤੇ ਟਰਾਲੀ ਦੀ ਸਹੂਲਤ ਨਹੀਂ ਹੋਵੇਗੀ। ਕੈਬਿਨ ਬੈਗੇਜ ਦੀ ਸਹੂਲਤ ਫਿਲਹਾਲ ਨਹੀਂ ਮਿਲੇਗੀ। ਮੁਸਾਫਿਰਾਂ ਨੂੰ ਫਲਾਈਟ 'ਚ ਖਾਣਾ ਵੀ ਨਹੀਂ ਦਿੱਤਾ ਜਾਏਗਾ। ਫਲਾਈਟ ਦੇ ਵਿੱਚ ਅਖਬਾਰ ਜਾਂ ਫਿਰ ਮੈਗਜ਼ੀਨ ਵੀ ਉਪਲਬਧ ਨਹੀਂ ਹੋਏਗੀ। Passengers will be required to wear protective gear, face mask, and to carry sanitizer bottles.
Airlines shall not provide meal services on board. Water bottles will be made available in the gallery area or on the seats. The cabin crew will be required to be in full protective gear, full protective suit. Only one check-in bag will be allowed. Passengers should report at least 2 hours before the departure time. On arrival at the destination, the traveling passengers will have to adhere to such health protocols as are prescribed by the destination state or union territories, and fares will be regulated and should be within a fixed range. ਇਸ ਸਫ਼ਰ ਲਈ ਕਿਰਾਏ ਬਾਬਤ ਵੀ ਹੱਦ ਮਿੱਥੀ ਗਈ ਹੈ ਅਤੇ ਤੈਅ ਕੀਤੇ ਕਿਰਾਏ ਮੁਤਾਬਕ ਹੀ 에ਅਰਲਾਈਨਸ ਟਿਕਟਾਂ ਉਪਲਬਧ ਕਰਵਾਏਗੀ ਅਤੇ 7 ਰੂਟ ਨਿਰਧਾਰਿਤ ਕੀਤੇ ਗਏ ਨੇ। ਪਹਿਲਾ ਰੂਟ 40 ਮਿੰਟ ਤੋਂ ਘੱਟ ਹੋਵੇਗਾ, ਦੂਜਾ ਰੂਟ 40 ਤੋਂ 60 ਮਿੰਟ ਦਰਮਿਆਨ ਹੋਵੇਗਾ, ਤੀਜਾ ਰੂਟ 60 ਤੋਂ 90 ਮਿੰਟ ਦਾ ਹੋਵੇਗਾ, ਚੌਥਾ ਰੂਟ 90 ਤੋਂ 120 ਮਿੰਟ ਵਿੱਚ ਮਿੱਥਿਆ ਗਿਆ ਹੈ, ਪੰਜਵਾਂ ਰੂਟ 120 ਤੋਂ 150 ਮਿੰਟ ਦਾ ਹੋਵੇਗਾ, ਛੇਵਾਂ ਰੂਟ 150 ਤੋਂ 180 ਮਿੰਟ ਦੇ ਦਰਮਿਆਨ ਹੋਵੇਗਾ, ਸੱਤਵਾਂ ਰੂਟ 180 ਤੋਂ 210 ਮਿੰਟ ਦੇ ਦਰਮਿਆਨ ਹੋਵੇਗਾ। ਹਰ ਸਫ਼ਰ ਦਾ ਖਾਕਾ ਇਹਨਾਂ ਰੂਟਸ ਦੇ ਹਿਸਾਬ ਦੇ ਨਾਲ ਹੀ ਉਲੀਕਿਆ ਜਾਏਗਾ। We have divided them into 7 sections. In section 1 are those routes where the flight duration is less than 40 minutes. In the second section are those routes which would qualify in the next segment of more than 40 minutes but up to 60 minutes. तीसरे सेगमेंट में जो 60 मिनट से लेके 90 मिनट तक, चौथे में 90 मिनट से लेके 120 मिनट तक, मतलब जहां पे फ्लाइट ड्यूरेशन 1.5 घंटे से 2 घंटे की होगी। In the fifth one, from 2 hours to 2.5 hours, 120 से 150 मिनट तक। छठे सेक्शन में 150 मिनट से लेके जैसे 2.5 घंटे से लेके 3 घंटे तक, 150 to 180, and in the final section 180 minutes to 210 minutes, that is 3 hours to 3.5 hours. And I think all the routes within the country, no matter which point you start from and whichever the point of destination is, they come within these 6. So what we've done is to set a minimum fare and a maximum fare. In the case of Delhi-Mumbai, the minimum fare would be 3,500 rupees for a journey which is between 90 minutes and 120 minutes, and the maximum fare would be 10,000 rupees. This is operative for 3 months, that is till 1 minute to midnight on 24th August. जैसे मैंने कहा, this whole scheme is 40% of the seats have to be sold at a fare less than the midpoint of the band. I'll repeat. 40% मतलब जितनी भी सीटें हैं उसका 40% अगर हम अपर बैंड और लोअर बैंड का मिड पॉइंट लें, उदाहरण के लिए 3,500 और 10,000, इसका मिड पॉइंट बनता है लगभग 6,700। तो हम बोल रहे हैं कि 40% जितनी भी सीटें हैं उनको 6,700 से कम में बेचनी है। ਰੇਲ ਲੀਹਾਂ ਤੇ ਆ ਗਈ ਹੈ, ਬੱਸਾਂ ਸੜਕਾਂ ਤੇ ਨੇ ਅਤੇ ਹੁਣ ਹਵਾਈ ਸਫ਼ਰ ਦਾ ਵੀ ਆਗਾਜ਼ ਹੋਣ ਵਾਲਾ ਹੈ। ਪਰ ਅੰਤਰਰਾਸ਼ਟਰੀ ਹਵਾਈ ਸੇਵਾ ਲਈ ਅਜੇ ਥੋੜਾ ਇੰਤਜ਼ਾਰ ਕਰਨਾ ਹੋਏਗਾ, ਕਿਉਂਕਿ ਦਲੀਲ ਹੈ ਕਿ ਪੜਾਅ ਦਰ ਪੜਾਅ ਹਾਲਾਤ ਨੂੰ ਭਾਂਪੜ ਮਗਰੋਂ ਹੀ ਅਗਲੀ ਰਣਨੀਤੀ ਅਮਲ 'ਚ ਲਿਆਂਦੀ ਜਾਏਗੀ। Gained some experience through Vande Bharat. Now we are increasing that. Now we are starting domestic civil aviation, initially 1/3. और जो हमारा वहाँ पे अनुभव होगा, based on our, we might need to tweak procedures, then we will go into international travel. 에ਅਰਪੋਰਟ ਦੇ ਅੰਦਰ ਤਾਂ ਭਾਵੇਂ ਸੋਸ਼ਲ ਡਿਸਟੈਂਸਿੰਗ ਲਈ ਨਿਸ਼ਾਨ ਬਣਾ ਥਾਵਾਂ ਮਿੱਥੀਆਂ ਗਈਆਂ ਨੇ,
ਤਾਂ ਜੋ ਕਰੋਨਾ ਤੋਂ ਦੂਰੀ ਬਣਾ ਕੇ ਰੱਖੀ ਜਾਏ। ਬੱਸਾਂ 'ਚ ਵੀ ਇਹੀ ਨੇਮ ਲਾਗੂ ਨੇ, ਪਰ ਹਵਾਈ ਸਫ਼ਰ ਦੌਰਾਨ ਵਿਚਲੀ ਸੀਟ ਖਾਲੀ ਰੱਖਣ ਦੇ ਸਵਾਲ ਤੇ ਟਾਲਾ ਹੀ ਵੱਟਿਆ ਗਿਆ। ਸਾਂਝਾ ਸਪੈਸ਼ਲ ਦੇ ਵਿੱਚ ਫਿਲਹਾਲ ਵੇਲਾ ਇੱਕ ਛੋਟੇ ਜਿਹੇ ਬ੍ਰੇਕ ਦਾ ਹੈ। ਬ੍ਰੇਕ ਦੇ ਉਸ ਪਾਰ ਦਿਖਾਵਾਂਗੇ ਕਿ 1 ਜੂਨ ਤੋਂ ਪੰਜਾਬ ਦੇ ਲਈ ਕਿੰਨੀਆਂ ਟ੍ਰੇਨਾਂ ਸ਼ੁਰੂ ਹੋਣਗੀਆਂ। ਲੌਕਡਾਊਨ ਦੇ ਤੀਜੇ ਪੜਾਅ ਤੋਂ ਹੀ ਸ਼੍ਰਮਿਕ ਟ੍ਰੇਨਾਂ ਤੇ ਸਪੈਸ਼ਲ ਟ੍ਰੇਨਾਂ ਤਾਂ ਚੱਲ ਹੀ ਰਹੀਆਂ ਨੇ, ਤਾਂ ਉਧਰ 1 ਜੂਨ ਤੋਂ ਹੁਣ 200 ਟ੍ਰੇਨਾਂ ਹੋਰ ਪਟੜੀ ਤੇ ਪਰਤਣਗੀਆਂ ਅਤੇ ਮੁਸਾਫਿਰਾਂ ਨੂੰ ਉਹਨਾਂ ਦੀ ਮੰਜ਼ਿਲ ਤੱਕ ਪਹੁੰਚਾਉਣਗੀਆਂ। ਯਾਤਰੀਗਣ ਕਿਰਪਾ ਕਰਕੇ ਧਿਆਨ ਦੇਣ, ਜੇਕਰ ਤੁਸੀਂ ਲੌਕਡਾਊਨ ਦੌਰਾਨ ਕਿਤੇ ਫਸ ਗਏ ਸੀ ਜਾਂ ਫਿਰ ਕਾਰੋਬਾਰ ਲਈ ਇੱਕ ਸ਼ਹਿਰ ਤੋਂ ਦੂਜੇ ਸ਼ਹਿਰ ਜਾਣਾ ਚਾਹੁੰਦੇ ਹੋ ਜਾਂ ਫਿਰ ਆਪਣਿਆਂ ਨੂੰ ਮਿਲਣਾ ਚਾਹੁੰਦੇ ਹੋ ਤਾਂ ਰੇਲਵੇ ਤੁਹਾਡੇ ਲਈ ਤਿਆਰ ਹੈ। 200 ਪੈਸੇਂਜਰ ਟ੍ਰੇਨਾਂ ਨੂੰ ਹਰੀ ਝੰਡੀ ਮਿਲ ਗਈ ਹੈ ਅਤੇ ਇਨ੍ਹਾਂ ਟ੍ਰੇਨਾਂ ਦੇ ਲਈ ਵੀਰਵਾਰ ਸਵੇਰੇ 10 ਵਜੇ ਯਾਨੀ ਕਿ 21 ਮਈ ਤੋਂ ਆਨਲਾਈਨ ਬੁਕਿੰਗ ਵੀ ਸ਼ੁਰੂ ਕਰ ਦਿੱਤੀ ਗਈ ਹੈ। रेलवे 10 जोड़ी ट्रेना मतलब कि 200 ट्रेना अप डाउन ਲਈ ਉਪਲਬਧ ਕਰਵਾਏਗਾ ਅਤੇ ਇਸ ਦੀ ਲਿਸਟ ਵੀ ਜਾਰੀ ਹੋ ਗਈ ਹੈ। 1 ਜੂਨ ਤੋਂ 200 ਟ੍ਰੇਨਾਂ ਸ਼ੁਰੂ ਹੋਣਗੀਆਂ। ਏਸੀ ਅਤੇ ਨਾਨ ਏਸੀ ਕਲਾਸ ਹੋਵੇਗੀ। ਟ੍ਰੇਨ 'ਚ ਜਨਰਲ ਕੋਚ ਵੀ ਹੋਣਗੇ। ਟ੍ਰੇਨ 'ਚ ਸਫ਼ਰ ਕਰਨ ਲਈ ਰਿਜ਼ਰਵੇਸ਼ਨ ਲਾਜ਼ਮੀ ਹੋਵੇਗਾ। ਜਨਰਲ ਕੋਚ 'ਚ ਸਫ਼ਰ ਲਈ ਸੈਕੰਡ ਏਸੀ ਦਾ ਕਿਰਾਇਆ ਦੇਣਾ ਹੋਵੇਗਾ। IRCTC ਵੈਬਸਾਈਟ ਅਤੇ ਮੋਬਾਈਲ ਐਪ ਜ਼ਰੀਏ ਬੁਕਿੰਗ ਮੁਮਕਿਨ ਹੋਵੇਗੀ। ਸਿਰਫ 30 ਦਿਨ ਪਹਿਲਾਂ ਹੀ ਬੁਕਿੰਗ ਕਰਵਾਈ ਜਾ ਸਕੇਗੀ। ਰੇਲਵੇ ਵੱਲੋਂ ਮਿਲੀ ਜਾਣਕਾਰੀ ਦੇ ਮੁਤਾਬਕ 1 ਜੂਨ ਤੋਂ ਪੰਜਾਬ ਦੇ ਲਈ ਅਪ ਡਾਊਨ ਟ੍ਰੇਨਾਂ ਜੋ ਚੱਲਣਗੀਆਂ ਉਹਨਾਂ ਦੇ ਵਿੱਚ ਗੋਲਡਨ ਟੈਂਪਲ ਮੇਲ ਅੰਮ੍ਰਿਤਸਰ ਮੁੰਬਈ ਸੈਂਟਰਲ, सचखंड एक्सप्रेस हजूर साहब नादेड़ अमृतसर, पश्चिम एक्सप्रेस अमृतसर बांद्रा, शहीद एक्सप्रेस अमृतसर जयनगर, सरायू यमुना एक्सप्रेस अमृतसर जयनगर, जनशताब्दी एक्सप्रेस अमृतसर हरिद्वार, करमभूमि एक्सप्रेस जलपल्ली गुड़ी अमृतसर। ਫਿਲਹਾਲ ਸਿਰਫ ਸ਼੍ਰਮਿਕ ਟ੍ਰੇਨਾਂ, ਮਾਲ ਗੱਡੀਆਂ ਅਤੇ 15 ਰੂਟਾਂ ਤੇ ਸਪੈਸ਼ਲ ਟ੍ਰੇਨਾਂ ਹੀ ਚੱਲ ਰਹੀਆਂ ਨੇ। 12 ਮਈ ਤੋਂ ਜੋ ਸਪੈਸ਼ਲ ਟ੍ਰੇਨਾਂ ਚਲਾਈਆਂ ਜਾ ਰਹੀਆਂ ਨੇ ਉਹਨਾਂ ਦਾ ਕਿਰਾਇਆ ਰਾਜਧਾਨੀ ਟ੍ਰੇਨ ਦੇ ਬਰਾਬਰ ਹੋਣ ਕਰਕੇ ਮੁਸਾਫਿਰਾਂ ਨੂੰ ਦਿੱਕਤਾਂ ਪੇਸ਼ ਆ ਰਹੀਆਂ ਨੇ। ਪਰ ਹੁਣ 200 ਟ੍ਰੇਨਾਂ ਚੱਲਣ ਨਾਲ ਯਾਤਰੀਆਂ ਨੂੰ ਰਾਹਤ ਜ਼ਰੂਰ ਹੈ, ਪਰ ਇਹਨਾਂ ਟ੍ਰੇਨਾਂ 'ਚ ਸਫ਼ਰ ਕਰਨ ਲਈ ਖਾਸ ਹਿਦਾਇਤਾਂ ਦੀ ਪਾਲਣਾ ਕਰਨੀ ਹੋਏਗੀ। आरोग्य सेतु ऐप डाउनलोड करना जरूरी है। हर मुसाफिर दी स्क्रीनिंग होवेगी। 90 मिनट पहला रेलवे स्टेशन पहुंचना होएगा। सेहतयाब मुसाफिर ही सफर कर सकणगे। मंजिल ते पहुंचण ते सूबा सरकारां वल्लों तय मापदंडां तहत जांच होवेगी। ट्रेन च मास्क ला के रखना लाजमी है। रेल अंदर सोशल डिस्टेंसिंग बनाने की भी हिदायत है। कंबल घर तो लैके आना होवेगा। जदों तो देश च लॉकडाउन का ऐलान किया है उदों दा रेलों का चक्का जाम है। 22 मार्च तो जनता कर्फ्यू का ऐलान होया सी। 22 मार्च तो ही देश च आवाजाही ते रोक लगी। माल गड्डियां नूं छड्ड के सारियां रेलां ते रोक लाई गई सी। ਤੀਜੇ ਲੌਕਡਾਊਨ ਦੌਰਾਨ ਕਈ ਸੂਬਿਆਂ ਤੋਂ ਸ਼੍ਰਮਿਕ ਟ੍ਰੇਨਾਂ ਚਲਾਈਆਂ ਗਈਆਂ। 12 ਮਈ ਨੂੰ ਮੁੜ ਤੋਂ ਆਮ ਰੇਲਾਂ ਸ਼ੁਰੂ ਹੋਈਆਂ। 15 ਰੂਟਾਂ ਤੇ ਟ੍ਰੇਨਾਂ ਚਲਾਈਆਂ ਗਈਆਂ। 1 ਜੂਨ ਤੋਂ 200 ट्रेना शुरू होंगियां। भारतीय रेल ने यह फैसला लिया है कि 1 जून से हम 100 पेयर्स ट्रेन यानी 200 ट्रेन चलाने जा रहे हैं। ये मुक्ता गैर वातानुकूलित ट्रेन रहेंगी और इसका उद्देश्य है कि जो लोग अभी देश के विभिन्न शहरों से कनेक्टेड नहीं हो पाए हैं उनके लिए ये ट्रेन चलाई जाएगी। इसकी रूपरेखा हम लोग बना रहे हैं। इसकी बुकिंग सिर्फ ऑनलाइन अवेलेबल रहेगी। इसका प्रोटोकॉल सेम वही रहेगा जो अभी हमारी स्पेशल ट्रेन्स का रह रहा है।
ਭਾਰਤੀ ਰੇਲਵੇ ਦੁਨੀਆ ਦਾ ਸਭ ਤੋਂ ਵੱਡਾ ਰੇਲ ਨੈਟਵਰਕ ਹੈ। ਲਾਕਡਾਊਨ ਤੋਂ ਪਹਿਲਾਂ ਨਿਤ 2.3 ਕਰੋੜ ਲੋਕ ਟ੍ਰੇਨ 'ਚ ਸਫ਼ਰ ਕਰਦੇ ਸਨ। ਨਿਤ 12,000 ਰੇਲ ਗੱਡੀਆਂ ਦੇਸ਼ ਦੇ ਵੱਖ-ਵੱਖ ਹਿੱਸਿਆਂ 'ਚ ਚੱਲਦੀਆਂ ਸਨ। ਰੇਲਵੇ ਲਈ 14 ਲੱਖ ਮੁਲਾਜ਼ਮ ਕੰਮ ਕਰਦੇ ਨੇ। ਉਮੀਦ ਤਾਂ ਇਹੀ ਹੈ ਕਿ ਹੁਣ ਟ੍ਰੇਨ ਪਟਰੀ ਤੇ ਉਤਰੀ ਹੈ, ਕੱਲ ਵਿਕਾਸ ਦਾ ਪਹੀਆ ਵੀ ਇਉਂ ਹੀ ਦੌੜੇਗਾ। ਸਾਂਝਾ ਸਪੈਸ਼ਲ ਦੇ ਵਿੱਚ ਫਿਲਹਾਲ ਵੇਲੇ ਇੱਕ ਛੋਟੇ ਜਿਹੇ ਬ੍ਰੇਕ ਦਾ ਹੈ। ਮਿਲਦੇ ਹਾਂ ਬ੍ਰੇਕ ਦੇ ਉਸ ਪਾਰ। ਲਾਕਡਾਊਨ ਦੌਰਾਨ ਆਪਣੇ ਸੂਬਿਆਂ ਤੋਂ ਆਪਣੇ ਦੇਸ਼ ਤੋਂ ਦੂਰ ਹੋਏ ਲੋਕਾਂ ਨੂੰ ਘਰ ਵਾਪਸ ਲਿਆਉਣ ਦੀ ਸਰਕਾਰ ਵੱਲੋਂ ਕਵਾਇਦ ਸ਼ੁਰੂ ਕੀਤੀ ਗਈ। ਸ਼੍ਰਮਿਕ ਟ੍ਰੇਨਾਂ ਚਲਾਈਆਂ ਗਈਆਂ, ਵੰਦੇ ਭਾਰਤ ਮਿਸ਼ਨ ਸ਼ੁਰੂ ਕੀਤਾ ਗਿਆ। ਤੁਹਾਨੂੰ ਦੱਸਦੇ ਹਾਂ ਕਿ ਇਹਨਾਂ ਮੁਹਿੰਮਾਂ ਦੇ ਤਹਿਤ ਕਿੰਨੇ ਲੋਕ ਘਰੇ ਪਹੁੰਚੇ ਅਤੇ ਕਿੰਨਿਆਂ ਦੀ ਵਾਟ ਅਜੇ ਅਧੂਰੀ ਹੈ। ਲਾਕਡਾਊਨ ਲੱਗਿਆ ਤਾਂ ਕਈ ਜੋ ਜਿੱਥੇ ਸਨ ਉੱਥੇ ਹੀ ਪਰੇਸ਼ਾਨ ਹੁੰਦੇ ਰਹੇ। ਕਈਆਂ ਨੇ ਗੁਹਾਰਾਂ ਲਾਈਆਂ ਤੇ ਕਈ ਪੈਦਲ ਹੀ ਮੀਲਾਂ ਲੰਬਾ ਪੈਂਡਾ ਤੈਅ ਕਰਨ ਲਈ ਘਰੋਂ ਤੁਰ ਪਏ। ਦੇਰ ਨਾਲ ਹੀ ਸਹੀ ਸਰਕਾਰਾਂ ਜਾਗੀਆਂ ਤੇ ਕੁਝ ਨੂੰ ਬਾਹਰੋਂ ਲੈ ਆਈਆਂ ਅਤੇ ਕਈਆਂ ਨੂੰ ਘਰੋਂ ਘਰੀ ਛੱਡਣ ਦੀ ਕਵਾਇਦ ਸ਼ੁਰੂ ਹੋਈ। ਦੇਸ਼ ਦੇ ਅੰਦਰ ਸ਼੍ਰਮਿਕ ਟ੍ਰੇਨਾਂ ਚੱਲੀਆਂ ਤਾਂ ਉਧਰ ਵਿਦੇਸ਼ਾਂ ਤੋਂ ਭਾਰਤੀਆਂ ਦੀ ਵਾਪਸੀ ਲਈ ਵੰਦੇ ਭਾਰਤ ਮਿਸ਼ਨ। ਹੁਣ ਤੱਕ ਵੰਦੇ ਭਾਰਤ ਮਿਸ਼ਨ ਤਹਿਤ 20,000 ਭਾਰਤੀਆਂ ਨੂੰ ਵਾਪਸ ਲਿਆਂਦਾ ਗਿਆ। Under Vande Bharat mission, as we speak, the numbers of our citizens who were stranded and or in distress outside, those coming back is increasing. The latest figure that I have is that we have brought back more than 20,000 of our citizens from various destinations. We have at the same time utilized the outgoing aircraft to carry our citizens who are normally resident abroad and who needed to travel because they have jobs to do, they have got other professional commitments, and they were caught unawares, as it were, prior to the lockdown. Their numbers are less, not because we don't want to carry them, but because our flights to the United States, they're coming chock-a-block full, but they're also going full. But some of the countries from which we are bringing our citizens back, they are at this point of time not allowing foreign nationals to come back. And therefore, some of the people wanting to travel back, they may have permanent visas, they may have other residence permits, but since they are not on the passports of the countries, and there are 6 countries in the Gulf, Middle East, some countries in East Asia also. But the larger point I want to make is that we started somewhat cautiously. In the week between 6th and 13th May, the intention was to bring back about 12,800 or so. That was roughly the idea. We have stuck to those figures, but for the second week, which seamlessly was dovetailed into the first week, we ramped up the numbers, made it more than double. ਤਾਂ ਉਧਰ ਸ਼੍ਰਮਿਕ ਟ੍ਰੇਨਾਂ ਵੀ ਚਲਾਈਆਂ ਜਾ ਰਹੀਆਂ ਨੇ, ਪਰ ਅਜੇ ਵੀ ਕਈ ਮਜ਼ਦੂਰ ਸੜਕਾਂ ਤੇ ਖੱਜਲ ਖੁਆਰ ਹੋ ਰਹੇ ਨੇ। ਰੇਲ ਮੰਤਰੀ ਵੱਲੋਂ ਇਸ ਦਾ ਠੀਕਰਾ ਸੂਬਾ ਸਰਕਾਰਾਂ ਸਿਰ ਪੰਨਿਆ ਗਿਆ ਅਤੇ ਸਹਿਯੋਗ ਨਾ ਮਿਲਣ ਦਾ ਇਲਜ਼ਾਮ ਜੜਿਆ। अभी हमारे साथ कोऑपरेट नहीं किया। आपको याद होगा वो दृश्य बांद्रा स्टेशन पे कुछ दिन पहले, शायद 13 या 14 तारीख को, या 13 या 14 को था, या उसके भी पहले था, जो लोग इकट्ठे हो गए थे। अब वो सब पश्चिम बंगाल जाना चाह रहे थे और हमारे पास अनुमति नहीं मिलती थी पश्चिम बंगाल से। पश्चिम बंगाल के लोग देश भर में फैले हुए हैं। मैं समझता हूँ 30-40 लाख लोग कम से कम अपने घर जाना चाहते हो, लेकिन आज तक पश्चिम बंगाल में हम मात्र 27 ट्रेनें चला पाए, ओनली 27। आपको याद होगा 8 या 9 तारीख तक तो मात्र 2 ट्रेनें गई थी, एक अजमेर शरीफ से, एक एर्नाकुलम से। हम रोज परमिशन के लिए अलग अलग राज्य उनसे अनुमति मांगते थे, मिलती नहीं थी। माननीय गृह मंत्री ने उनको पत्र लिखा, उसके बाद भी 8 ट्रेनों की सूची मिली,
पर 4-5 दिन तक उसमें से भी सिर्फ 5 ट्रेनें ली गई। इसका एक परिणाम ये होने वाला है कि जो डिले थोड़ा बहुत होता था स्टेट के बीच में कोऑर्डिनेशन में, वो ज़्यादा इफेक्टिव होगा। डेस्टिनेशन स्टेशन और स्टेट के बीच में जो कम्युनिकेशन में टाइम लगता था वो कट शॉर्ट होगा और अब हम तुरंत निर्णय ले पाएंगे। साथ ही साथ हमने ये भी निर्णय लिया है कि जो हमारे श्रमिक भाई सड़कों पे चल रहे हैं, कहीं पे निकले हुए हैं रास्तों पे, वहाँ के लोकल स्टेट से हमारी बातचीत चल रही है, बात की गई है सभी स्टेट से। उनसे अनुरोध किया गया है कि उन श्रमिकों को एक नज़दीकी स्टेशन के पास जाके रजिस्टर करें, उनका नाम लें और हमको श्रमिक स्पेशल का रिक्वायरमेंट दें। जो भी नज़दीकी स्टेशन होगा वहाँ से उस ट्रेन में हम उनको बैठा के गंतव्य के लिए रवाना करेंगे। हमने पिछले कल के दिन में सिर्फ 204 ट्रेनें चलाई हैं, जो अब तक का रिकॉर्ड है, हाईएस्ट ट्रेन है। हम 204 से ये नंबर 300 तक, 300 से अधिक भी कर सकते हैं। सारे स्टेट गवर्नमेंट से हमारी लगातार बात चल रही है। माननीय रेल मंत्री ने भी अनुरोध किया है सभी से कि कृपया आगे आएं और इन श्रमिकों को साथ में ले जाके श्रमिक स्पेशल के माध्यम से भेजें। तो पूरी तरह से रेलवे सजग है कि इन श्रमिकों को उनके घर में पहुंचाने के लिए जो भी भरसक प्रयास है वो हम करेंगे। सारे जनरल मैनेजर, सारे डीआरएम्स को ये निर्देश दे दिया गया है कि वो इस बारे में स्टेट से, डिस्ट्रिक्ट अथॉरिटी, स्टेट अथॉरिटी संपर्क में रहें। 2 ਮਹੀਨੇ ਦੇ ਲੰਬੇ ਇੰਤਜ਼ਾਰ ਮਗਰੋਂ ਟ੍ਰੇਨਾਂ ਸ਼ੁਰੂ ਹੋ ਰਹੀਆਂ ਨੇ ਅਤੇ ਇਹ ਫੈਸਲਾ ਲੋਕਾਂ ਲਈ ਕਿੰਨੀ ਰਾਹਤ ਵਾਲਾ ਹੈ, ਇਸ ਗੱਲ ਦਾ ਅੰਦਾਜ਼ਾ ਇੱਥੋਂ ਲਾਇਆ ਜਾ ਸਕਦਾ ਹੈ ਕਿ ਲੱਖਾਂ ਦੀ ਗਿਣਤੀ 'ਚ ਲੋਕਾਂ ਵੱਲੋਂ ਟ੍ਰੇਨ ਬੁਕਿੰਗ ਕੀਤੀ ਜਾ ਰਹੀ ਹੈ। ਇੱਧਰ ਐਲਾਨ ਹੋਇਆ ਤਾਂ ਉੱਧਰ ਬੁਕਿੰਗ ਸ਼ੁਰੂ ਹੋ ਗਈ ਅਤੇ ਦੇਖਦੇ ਹੀ ਦੇਖਦੇ ਲੋਕਾਂ ਨੇ ਟਿਕਟਾਂ ਬੁੱਕ ਕਰਵਾ ਲਈਆਂ। ਸਾਂਝਾ ਸਪੈਸ਼ਲ ਦੇ ਵਿੱਚ ਅੱਜ ਦੇ ਲਈ ਇੰਨਾ ਹੀ। ਮੈਨੂੰ ਦਿਓ ਇਜਾਜ਼ਤ, ਪਰ ABP ਸਾਂਝਾ ਤੇ ਖਬਰਾਂ ਦਾ ਸਿਲਸਿਲਾ ਲਗਾਤਾਰ ਜਾਰੀ ਹੈ।